ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਪ੍ਰੈਜ਼ੀਡੈਂਟ ਦੀ ਸੀਕੁਐਂਸੀ ਉਸ ਨੂੰ ਲੈ ਕੇ ਵੀਡੀਓ ਬਣਾਉਣ ਜਾ ਰਹੇ ਹਾਂ, ਕਿਉਂਕਿ ਕਾਫੀ ਜ਼ਿਆਦਾ ਪੇਪਰਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਟ ਕੀਤੇ ਜਾਂਦੇ ਆ ਕਿ ਸੀਕੁਐਂਸੀ ਸੈੱਟ ਕਰੋ। ठीक है, सो इसे ਨੂੰ ਲੈ ਕੇ ਅਸੀਂ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਨਾਲ ਹੀ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੈਜ਼ੀਡੈਂਟ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਯਾਦ ਰੱਖਣ ਦੀ ਇੱਕ ਬਹੁਤ ਹੀ ਸੌਖੀ ਜਿਹੜੀ ਟ੍ਰਿਕ ਇਹਦੇ ਵਿੱਚ ਦੱਸੀ ਜਾਏਗੀ ਤੇ ਨਾਲ ਦੀ ਨਾਲ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਯਾਦ ਰੱਖਣਾ ਕਿ ਕ੍ਰਮਵਾਰ ਕਿਹੜੇ ਨੰਬਰ ਤੇ ਕਿਹੜਾ ਰਾਸ਼ਟਰਪਤੀ ਆਏਗਾ। ਸੋ ਇਸੇ ਨੂੰ ਲੈ ਕੇ ਅਸੀਂ ਅੱਜ ਦੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ। ਸੋ ਜੇਕਰ ਤੁਸੀਂ ਸਾਡੇ ਨਾਲ ਕਿਸੇ ਵੀ ਮਾਧਿਅਮ ਰਾਹੀਂ ਨਹੀਂ ਜੁੜੇ ਤਾਂ YouTube ਤੋਂ ਆਪਣਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਪਲੇ ਸਟੋਰ ਦੇ ਵਿੱਚੋਂ ਆਪਣੀ ਐਪ ਆ ਜਿਹੜੀ ਉਹ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਤੇ ਦੇਖਦੇ ਹਾਂ ਉਸ ਤੋਂ ਪਹਿਲਾਂ ਅੱਜ ਦਾ ਆਪਣਾ ਥਾਟ। ਅੱਜ ਦਾ ਥਾਟ ਕੀ ਆ? ਕਹਿੰਦੇ ਕਮੀਆਂ ਕੱਢਣ ਵਾਲੇ ਵੀ ਸਿਫਤਾਂ 'ਤੇ ਆ ਜਾਣਗੇ। ਕਮੀਆਂ ਕੱਢਣ ਵਾਲੇ ਵੀ ਸਿਫਤਾਂ 'ਤੇ ਆ ਜਾਣਗੇ, ਬਸ ਤੁਹਾਡੇ ਕਾਮਯਾਬ ਹੋਣ ਦੀ ਦੇਰ ਹੈ। ਸੋ ਕਹਿਣ ਦਾ ਭਾਵ ਕੀ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਜਿਹੜੇ ਤੁਹਾਡੇ ਦੇ ਵਿੱਚ ਕਮੀਆਂ ਕੱਢਦੇ ਰਹਿੰਦੇ ਨੇ ਉਹ ਇੱਕ ਦਿਨ ਤੁਹਾਡੀਆਂ ਸਿਫਤਾਂ ਦੇ ਗੁਣਗਾਨ ਗਾਉਣਗੇ। ਬਸ ਜਿਹੜੀ ਵੇਟ ਆ, ਇੰਤਜ਼ਾਰ ਕਿਸ ਗੱਲ ਦਾ? ਤੁਹਾਡੇ ਸਫਲ ਹੋਣ ਦਾ, ਤੁਹਾਡੀ ਸਕਸੈਸ ਦਾ। ਸੋ ਇਹ ਸੀ ਅੱਜ ਦਾ ਆਪਣਾ ਥਾਟ। ਸੋ ਦੇਖਦੇ ਹਾਂ ਅੱਜ ਦਾ ਆਪਣਾ ਜਿਹੜਾ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਰਾਸ਼ਟਰਪਤੀ ਨੂੰ ਯਾਦ ਰੱਖਣਾ ਕਿ ਕਿਹੜੇ ਨੰਬਰ 'ਤੇ ਕਿਹੜਾ ਰਾਸ਼ਟਰਪਤੀ ਆਏਗਾ, ਜਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਦੇ ਵਿਰੁੱਧ ਚੋਣ ਲੜੀ ਆ। ਸੋ ਇਹ ਵੀ ਤੁਸੀਂ ਯਾਦ ਰੱਖਣਾ ਮੇਨ ਪੇਪਰਾਂ ਦੇ ਲਈ। ਸਭ ਤੋਂ ਪਹਿਲਾਂ ਦੇਖਦੇ ਹਾਂ, ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਸਾਡੇ ਦੇਸ਼ ਦਾ ਪਹਿਲਾ ਰਾਸ਼ਟਰਪਤੀ ਕੌਣ ਸੀਗਾ ਜੀ? ਹਾਂਜੀ, ਆਪਣੇ ਕੋਲੇ ਪਹਿਲੇ ਰਾਸ਼ਟਰਪਤੀ ਆ ਡਾਕਟਰ ਰਜਿੰਦਰ ਪ੍ਰਸਾਦ। ਦੇਖੋ ਇੱਥੇ ਕੁਐਸਚਨ ਇੱਕ ਹੋਰ ਪੇਪਰ ਦੇ ਵਿੱਚ ਪੁੱਟ ਕੀਤਾ ਜਾਂਦਾ ਕਿ ਸੰਵਿਧਾਨ ਸਭਾ ਦੁਆਰਾ ਚੁਣਿਆ ਜਾਣ ਵਾਲਾ ਇੱਕਮਾਤਰ ਰਾਸ਼ਟਰਪਤੀ ਸਾਡੇ ਕੋਲੇ ਕਿਹੜਾ ਸੀਗਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਸਾਡੀ ਸੰਵਿਧਾਨ ਸਭਾ ਬਣੀ ਸੀ ਉਸ ਦੀ ਜਿਹੜੀ ਲਾਸਟ ਬੈਠਕ ਹੋਈ ਆ ਉਹਦੇ ਵਿੱਚ ਰਜਿੰਦਰ ਪ੍ਰਸਾਦ ਨੂੰ 1950 ਦੇ ਵਿੱਚ ਰਾਸ਼ਟਰਪਤੀ ਚੁਣ ਲਿਆ ਗਿਆ ਸੀਗਾ। 1950 ਤੋਂ ਲੈ ਕੇ ਪਹਿਲਾਂ 52 ਤੱਕ ਦਾ ਜਿਹੜਾ ਸਮਾਂ ਗਾ ਉਹ ਰਜਿੰਦਰ ਪ੍ਰਸਾਦ ਦਾ ਸੰਵਿਧਾਨ ਸਭਾ ਦੁਆਰਾ ਚੁਣਿਆ ਹੋਣ ਕਰਕੇ ਜਿਹੜਾ ਮੰਨਿਆ ਜਾਂਦਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਸਾਡੀ ਲੋਕ ਸਭਾ ਦਾ ਗਠਨ ਹੋਇਆ ਉਹ 17 ਅਪ੍ਰੈਲ 1952 ਨੂੰ ਹੁੰਦਾ ਗਾ। ਠੀਕ ਹੈ, ਤੇ ਰਾਜ ਸਭਾ ਵੀ ਜਿਹੜੀ ਆਪਣੀ ਬਣਦੀ ਹੈ 3 ਅਪ੍ਰੈਲ 1952 ਨੂੰ। ਤਾਂ ਕਰਕੇ ਉਸ ਟਾਈਮ ਤੱਕ ਜਿਹੜਾ ਸੰਸਦ ਦੇ ਸਦਨ ਲੋਕ ਸਭਾ ਰਾਜ ਸਭਾ ਨਹੀਂ ਹੈਗੇ ਸੀਗੇ। ਤੇ 1950 ਤੋਂ ਲੈ ਕੇ 52 ਤੱਕ ਜਿਹੜਾ ਸਮਾਂ ਗਾ ਉਹ ਰਜਿੰਦਰ ਪ੍ਰਸਾਦ ਦਾ ਰਿਹਾ। ਇਹ ਸੰਵਿਧਾਨ ਸਭਾ ਦੁਆਰਾ ਚੁਣਿਆ ਜਾਣ ਵਾਲਾ ਇੱਕਮਾਤਰ ਰਾਸ਼ਟਰਪਤੀ ਆ। ਸੋ ਪਹਿਲਾ ਸਮਾਂ ਇਹਦਾ ਇਹ ਸੀਗਾ। ਉਸ ਤੋਂ ਬਾਅਦ ਸੈਕੰਡ ਜਿਹੜਾ ਇਹਦਾ ਟਾਈਮ ਪੀਰੀਅਡ ਚੱਲਦਾ ਗਾ 1952 ਤੋਂ ਲੈ ਕੇ 1957 ਤੱਕ। ਉਸ ਤੋਂ ਬਾਅਦ ਇਸ ਨੂੰ ਚੁਣਿਆ ਜਾਂਦਾ ਗਾ ਤੇ ਇਹਦਾ ਸਮਾਂ ਜਿਹੜਾ ਰਹੂਗਾ 52 ਤੋਂ ਲੈ ਕੇ 57 ਤੱਕ। ਤਾਂ ਇਸ ਤੋਂ ਬਾਅਦ ਕੀ ਹੁੰਦਾ? ਰਜਿੰਦਰ ਪ੍ਰਸਾਦ ਨੇ ਕਿਹਦੇ ਵਿਰੁੱਧ ਚੋਣ ਲੜੀ ਆ? KT ਸ਼ਾਹ ਦੇ ਵਿਰੁੱਧ, ਕਿਉਂਕਿ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੋਈ ਕੈਂਡੀਡੇਟ ਹੈ ਨਹੀਂ ਸੀਗਾ, ਕਿਉਂਕਿ ਸੰਵਿਧਾਨ ਸਭਾ ਨੇ ਚੁਣ ਲਿਆ ਸੀਗਾ। ਉਸ ਤੋਂ ਬਾਅਦ KT ਸ਼ਾਹ ਦੇ ਵਿਰੁੱਧ ਜਿਹੜੀ ਇਹਨਾਂ ਨੇ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਆ। ਉਸ ਤੋਂ ਬਾਅਦ ਇੱਕ ਵਾਰ ਫੇਰ ਦੁਬਾਰਾ ਚੁਣੇ ਗਏ, ਕਿਉਂਕਿ ਅਸੀਂ ਜਾਣਦੇ ਹਾਂ ਕਿ ਰਜਿੰਦਰ ਪ੍ਰਸਾਦ ਜਿਹੜੇ ਉਹ 2 ਵਾਰ ਲਗਾਤਾਰ ਚੁਣੇ ਜਾਣ ਵਾਲੇ ਇੱਕਮਾਤਰ ਰਾਸ਼ਟਰਪਤੀ ਆ। ਤਾਂ 1957 ਤੋਂ ਲੈ ਕੇ 1962 ਤੱਕ ਫਿਰ ਦੁਬਾਰਾ ਇਲੈਕਟ ਹੋਏ ਨੇ, ਚੁਣੇ ਗਏ ਨੇ ਤੇ N ਦਾਸ ਦੇ ਵਿਰੁੱਧ ਇਹਨਾਂ ਨੇ ਜਿਹੜੀ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਆ। ਸੋ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਆ ਉਹ 3 ਟਰਮਾਂ ਦੇ ਵਿੱਚ ਮੰਨਿਆ ਜਾਂਦਾ ਗਾ। ਤੇ ਇੱਕ ਤੁਸੀਂ ਯਾਦ ਰੱਖਣਾ ਕਿ ਸਭ ਤੋਂ ਲੰਮਾ ਕਾਰਜਕਾਲ ਕਿਹੜੇ ਰਾਸ਼ਟਰਪਤੀ ਦਾ ਸੀ? ਉਹ ਰਜਿੰਦਰ ਪ੍ਰਸਾਦ ਦਾ ਹੀ ਆਏਗਾ। ਜੇ ਆਪਾਂ ਇੱਥੇ ਗੱਲ ਕਰ ਲਈਏ ਤੇ ਇਹ 12 ਸਾਲ ਜਿਹੜਾ ਬਣ ਰਿਹਾ ਗਾ। ਸੋ ਇਹਨਾਂ ਦਾ ਸਮਾਂ ਸੀ ਜਿਹੜਾ 12 ਸਾਲ ਸੀਗਾ। ਤੇ ਦੂਸਰੇ ਪਾਸੇ ਜੇ ਆਪਾਂ PM ਦੇ ਵਿੱਚ ਪੜਾਂਗੇ ਤਾਂ ਉੱਥੇ ਜਵਾਹਰ ਲਾਲ ਨਹਿਰੂ ਦਾ ਜਿਹੜਾ ਸਮਾਂ ਸਭ ਤੋਂ ਵੱਧ ਸੀਗਾ ਤੇ ਜਿਹੜਾ ਕਿ 16 ਸਾਲ 9 ਮਹੀਨੇ 13 ਦਿਨ ਦੇ ਲਗਭਗ ਜਿਹੜਾ ਉਹਨਾਂ ਦਾ ਕਾਰਜਕਾਲ ਸੀਗਾ ਜਵਾਹਰ ਲਾਲ ਨਹਿਰੂ ਦਾ। ਸੋ ਪਹਿਲੇ ਰਾਸ਼ਟਰਪਤੀ ਤੁਹਾਡੇ ਵੈਸੇ ਹੀ ਯਾਦ ਨੇ, ਇਸ ਲਈ ਇਹਨਾਂ ਨੂੰ ਆਪਾਂ ਟ੍ਰਿਕ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸੈਕੰਡ ਨੰਬਰ 'ਤੇ ਜਿਹੜੇ ਸਾਡੇ ਰਾਸ਼ਟਰਪਤੀ ਆਉਂਦੇ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ। ਸਰਵਪੱਲੀ ਰਾਧਾਕ੍ਰਿਸ਼ਨ ਦਾ ਜਿਹੜਾ ਸਮਾਂ ਸੀਗਾ ਇਹ ਜਿਹੜਾ ਹੈਗਾ 1962 ਤੋਂ ਲੈ ਕੇ 1967 ਤੱਕ ਦਾ ਜੀ। ਠੀਕ ਹੈ, ਸੋ ਇੱਕ ਇੱਥੇ ਯਾਦ ਰੱਖਣਾ ਆਪਾਂ ਇਹਦੀ ਟ੍ਰਿਕ ਯਾਦ ਰੱਖਾਂਗੇ ਇੱਥੋਂ ਰਾਧਾ। ਦੂਜੇ ਰਾਸ਼ਟਰਪਤੀ ਕਿਹੜੇ ਆ? ਰਾਧਾ ਕ੍ਰਿਸ਼ਨ। ਠੀਕ ਹੈ, ਸੋ ਇੱਥੇ ਆਪਾਂ ਇਹ ਜਿਹੜਾ ਰਾਧਾ ਇਸ ਨੂੰ ਤੁਸੀਂ ਇਕੱਲੀ ਟ੍ਰਿਕ ਲੈਣੀ ਆ। ਰਾਧਾ ਕਿੰਨੇ ਅੱਖਰਾਂ 'ਚ ਲਿਖਿਆ ਗਿਆ ਸੀ? ਸਾਡੇ ਕੋਲੇ 2 ਅੱਖਰਾਂ ਦੇ ਵਿੱਚ। ਸੋ ਰਾਧਾ ਕ੍ਰਿਸ਼ਨ 91ਵੇਂ ਦੇਸ਼ ਦੇ ਰਾਸ਼ਟਰਪਤੀ ਆ, ਸੈਕੰਡ ਦੇਸ਼ ਦੇ ਰਾਸ਼ਟਰਪਤੀ ਜਿਹੜੇ ਸਾਡੇ ਬਣੇ ਨੇ। ਇਸ ਕਰਕੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਤਾਂ ਇਹਨਾਂ ਨੇ ਕਿਹਦੇ ਵਿਰੁੱਧ ਚੋਣ ਲੜੀ ਸੀ ਜੀ? ਚੌਧਰੀ ਰਾਮ ਦੇ ਵਿਰੁੱਧ। ਠੀਕ ਹੈ, ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਰਾਧਾ 2 ਅੱਖਰਾਂ 'ਚ ਲਿਖਿਆ ਗਿਆ ਤੇ ਦੂਜੇ ਜਿਹੜੇ ਸਾਡੇ ਦੇਸ਼ ਦੇ
ਰਾਸ਼ਟਰਪਤੀ ਹੋਏ ਨੇ। ਆਪਾਂ ਟਾਈਮ ਪੀਰੀਅਡ ਦੱਸਣ ਦੀ ਟ੍ਰਿਕ ਤੁਹਾਨੂੰ ਮੈਂ ਦੱਸੂਗਾ ਬਾਅਦ ਦੇ ਵਿੱਚ ਜਾ ਕੇ ਕਿਸ ਤਰੀਕੇ ਨਾਲ ਤੁਸੀਂ ਟਾਈਮ ਪੀਰੀਅਡ ਇਹਨਾਂ ਦਾ ਯਾਦ ਰੱਖਣਾ, ਇਸ ਨੂੰ ਰਟੀਫਿਕੇਸ਼ਨ ਦੇ ਆਧਾਰ ਤੇ ਤੁਸੀਂ ਯਾਦ ਨਹੀਂ ਕਰਨਾ। ਅੱਗੇ ਸਾਡੇ ਕੋਲੇ ਆ ਗਏ ਤੀਸਰੇ ਨੰਬਰ ਦੇ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ। ਦੇਖੋ ਜਿਹੜਾ ਡਾਕਟਰ ਜ਼ਾਕਿਰ ਹੁਸੈਨ ਦਾ ਸਮਾਂ ਸੀ ਉਹ 1967 ਤੋਂ ਲੈ ਕੇ 1969 ਤੱਕ ਦਾ ਸੀਗਾ। ਇਹਨਾਂ ਦਾ ਟਾਈਮ ਪੀਰੀਅਡ 2 ਸਾਲ ਕਿਉਂ ਆ? ਕਿਉਂਕਿ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਮੌਤ ਹੋਈ ਆਪਾਂ ਪ੍ਰੈਜ਼ੀਡੈਂਟ ਟੌਪਿਕ ਦੇ ਵਿੱਚ ਇਹ ਪੜ੍ਹ ਚੁੱਕੇ ਹਾਂ। ਤਾਂ ਸਭ ਤੋਂ ਘੱਟ ਸਮਾਂ ਗਾ ਇਹਨਾਂ ਦਾ ਕਿੰਨਾ ਜੀ? 2 ਸਾਲ। 2 ਸਾਲ ਦਾ ਸਮਾਂ ਜੀ ਇਹਨਾਂ ਦਾ ਸਭ ਤੋਂ ਘੱਟ ਟਾਈਮ ਪੀਰੀਅਡ ਆ। ਤੇ ਇਹਦੀ ਟ੍ਰਿਕ ਕੀ ਆ? ਜ਼ਾਕਿਰ ਹੁਸੈਨ। ਜਦੋਂ ਆਪਾਂ ਜ਼ਾਕਿਰ ਕਰਦੇ ਹਾਂ ਕਿੰਨੇ ਅੱਖਰਾਂ 'ਚ ਪਿਆ ਹੋਇਆ ਸਾਡੇ ਕੋਲ ਜੀ? 3 ਅੱਖਰਾਂ ਦੇ ਵਿੱਚ। ਜਾਂ ਫਿਰ ਹੁਸੈਨ ਪੜ੍ਹਦੇ ਹਾਂ ਅਲੱਗ, ਇਹ ਵੀ 3 ਅੱਖਰਾਂ ਦੇ ਵਿੱਚ ਆ। ਤੁਸੀਂ ਇਕੱਲਾ ਜ਼ਾਕਿਰ ਟ੍ਰਿਕ ਲੈਣੀ ਹੈ ਇੱਥੋਂ। ਜ਼ਾਕਿਰ ਕਿੰਨੇ ਅੱਖਰਾਂ 'ਚ ਪਿਆ ਜੀ? 3 ਅੱਖਰਾਂ ਦੇ ਵਿੱਚ। ਤਾਂ ਇਸ ਕਰਕੇ ਜ਼ਾਕਿਰ ਹੁਸੈਨ ਸਾਡੇ ਦੇਸ਼ ਦੇ ਤੀਜੇ ਪ੍ਰੈਜ਼ੀਡੈਂਟ ਨੇ। ਤੇ ਕੇ ਸੁਬਾਰਾਬ ਦੇ ਵਿਰੁੱਧ ਇਹਨਾਂ ਨੇ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ। ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਟਾਈਮ ਪੀਰੀਅਡ ਕਿਵੇਂ ਯਾਦ ਰੱਖਣਾ। ਟਾਈਮ ਪੀਰੀਅਡ ਆਪਾਂ ਸਿਰਫ 2 ਪ੍ਰੈਜ਼ੀਡੈਂਟ ਦਾ ਹੀ ਯਾਦ ਰੱਖਣਾਗਾ। ਇੱਕ ਤਾਂ ਜ਼ਾਕਿਰ ਹੁਸੈਨ ਦਾ ਯਾਦ ਰੱਖਾਂਗੇ 2 ਸਾਲ 67 ਤੋਂ ਲੈ ਕੇ 69 ਤੱਕ, ਤੁਸੀਂ ਇਹਨੂੰ ਮਾਈਂਡ 'ਚ ਰੱਖਣਾ 67 ਤੋਂ ਲੈ ਕੇ 69 ਤੱਕ। ਇੱਕ ਅੱਗੇ ਆਪਾਂ 5ਵੇਂ ਰਾਸ਼ਟਰਪਤੀ ਪੜਾਂਗੇ ਫਖਰੁਦੀਨ, ਠੀਕ ਹੈ, ਉਹਨਾਂ ਦਾ ਆਪਾਂ ਟਾਈਮ ਪੀਰੀਅਡ ਯਾਦ ਰੱਖਾਂਗੇ। ਜਿਨ੍ਹਾਂ ਦੀ ਡੈਥ ਹੋਈ ਹੈ ਕਾਰਜਕਾਲ ਦੌਰਾਨ ਸਿਰਫ ਉਹਨਾਂ ਦਾ ਯਾਦ ਰੱਖਾਂਗੇ। ਬਾਕੀ ਕਿਵੇਂ ਯਾਦ ਰਹੂਗਾ? 5 ਸਾਲ ਜੇ ਆਪਾਂ ਪਲੱਸ ਕਰੀ ਜਾਵਾਂਗੇ ਸਾਰਿਆਂ ਦਾ ਸਮਾਂ ਸਹੀ ਆਈ ਜਾਊਗਾ, ਠੀਕ ਹੈ। ਸੋ ਇਹ ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਵਾਰ ਫੇਰ ਕਲੀਅਰ ਕਰਾਂਗਾ ਇੱਥੋਂ, ਠੀਕ ਹੈ। ਅਗਲਾ ਦੇਖਦੇ ਹਾਂ ਨੈਕਸਟ ਜੀ ਆਪਾਂ। ਅਗਲਾ ਸਾਡੇ ਕੋਲੇ ਕੀ ਹੈ ਜੀ? ਨੈਕਸਟ ਜਿਹੜੇ ਸਾਡੇ ਕੋਲੇ ਚੌਥੇ ਨੰਬਰ ਦੇ ਰਾਸ਼ਟਰਪਤੀ ਆ ਗਏ ਜੀ, ਇਹ ਆ ਗਏ ਵੀ ਗਿਰੀ, ਠੀਕ ਹੈ। ਸੋ ਇਹਨਾਂ ਦਾ ਸਾਨੂੰ ਪਤਾ ਸਮਾਂ ਪਰਮਾਨੈਂਟਲੀ 5 ਸਾਲ ਹੋਏਗਾ ਕਿਉਂਕਿ ਕਾਰਜਕਾਲ ਦੌਰਾਨ ਡੈਥ ਇਹਨਾਂ ਦੀ ਨਹੀਂ ਹੋਈ। ਤਾਂ ਇਹਨਾਂ ਦਾ ਸਮਾਂ ਜਿਹੜਾ 69 ਤੋਂ ਲੈ ਕੇ 74 ਤੱਕ, 1969 ਤੋਂ ਲੈ ਕੇ ਕਿੰਨੇ ਤੱਕ ਹੋ ਗਿਆ ਜੀ? 1974 ਤੱਕ 5 ਸਾਲ ਆ। ਤੇ ਇਹਨਾਂ ਦੀ ਟ੍ਰਿਕ ਕੀ ਆ ਜੀ? ਵੀ ਗਿਰੀ। ਜਦੋਂ ਵੀ ਗਿਰੀ ਆਪਾਂ ਬੋਲਦੇ ਆ ਤਾਂ ਇਹ 4 ਅੱਖਰਾਂ ਦੇ ਵਿੱਚ ਬਣਿਆ ਹੋਇਆ ਜੀ, ਦੇਖ ਲਓ 4 ਅੱਖਰ। ਤਾਂ ਕਿੰਨਵੇਂ ਰਾਸ਼ਟਰਪਤੀ ਹੋ ਗਏ ਸਾਡੇ ਦੇਸ਼ ਦੇ? ਚੌਥੇ ਰਾਸ਼ਟਰਪਤੀ ਹੋ ਗਏ। ਸੋ ਇਸ ਤਰੀਕੇ ਨਾਲ ਯਾਦ ਰੱਖਾਂਗੇ। ਜਿਹੜਾ 6ਵਾਂ ਰਾਸ਼ਟਰਪਤੀ ਬਣਿਆ ਅੱਗੇ ਜਾ ਕੇ ਨੀਲਮ ਸੰਜੀਵਾ ਰੈਡੀ, ਉਹਨਾਂ ਦੇ ਵਿਰੁੱਧ ਇਹਨਾਂ ਨੇ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਆ, ਠੀਕ ਹੈ। ਸੋ ਇਸ ਨੂੰ ਤੁਸੀਂ ਇਸ ਤਰੀਕੇ ਨਾਲ ਯਾਦ ਰੱਖਣਾ ਜੀ। ਅਗਲਾ ਸਾਡੇ ਕੋਲੇ ਆ ਗਿਆ ਜੀ 5ਵੇਂ ਨੰਬਰ ਦਾ ਰਾਸ਼ਟਰਪਤੀ। ਤਾਂ 5ਵੇਂ ਨੰਬਰ ਦਾ ਰਾਸ਼ਟਰਪਤੀ ਸਾਡੇ ਕੋਲੇ ਕੌਣ ਆ ਜੀ? ਦੇਖੋ ਇਹਦਾ ਸਮਾਂ ਫਿਰ ਕੰਟੀਨਿਊ ਤੁਹਾਨੂੰ ਦੱਸ ਰਿਹਾ ਤੇ 74 ਤੋਂ ਸ਼ੁਰੂ ਹੋਏਗਾ 77 ਤੱਕ। ਦੇਖੋ ਹੁਣ ਇਹ ਕਿੰਨੇ ਸਾਲ ਰਹਿ ਗਏ ਸਾਡੇ ਕੋਲੇ? 3 ਸਾਲ, ਠੀਕ ਹੈ। ਤੇ 74 ਤੇ ਲੈ ਕੇ 77 ਤੱਕ ਇਹਨਾਂ ਦਾ ਜਿਹੜਾ ਸਮਾਂ 3 ਸਾਲ ਹੋ ਗਿਆ। ਤੇ ਇਹ ਜਿਹੜੇ ਇਹਨਾਂ ਦੀ ਕਾਰਜਕਾਲ ਦੌਰਾਨ ਡੈਥ ਹੋਈ ਆ। ਪਿਛਲਿਆਂ ਦਾ ਸਮਾਂ ਆਪਾਂ ਕਿੰਨਾ ਪੜਿਆ ਇੱਧਰ? 2 ਸਾਲ। ਸੋ ਇਹਨਾਂ ਦਾ ਸਮਾਂ ਵੀ 5 ਸਾਲ ਤੋਂ ਘੱਟ ਰਹੇਗਾ। ਦੇਖੋ ਤੁਸੀਂ 2 ਦਾ ਸਮਾਂ ਯਾਦ ਰੱਖਣਾ। ਇੱਕ ਤਾਂ 1967 ਤੋਂ ਲੈ ਕੇ ਜਿਹੜਾ ਆਪਣਾ 1969 ਤੱਕ ਦੀ ਆਪਾਂ ਗੱਲ ਕੀਤੀ ਆ। ਤੇ ਉਸ ਤੋਂ ਬਾਅਦ ਤੁਸੀਂ ਯਾਦ ਰੱਖਣਾ ਫਖਰੁਦੀਨ ਦਾ। ਤੀਜਾ ਤੇ 5ਵੇਂ ਦਾ ਤੁਸੀਂ ਯਾਦ ਰੱਖਣਾ, ਯਾਨੀ ਕਿ 35। ਆਪਾਂ ਇੱਥੇ 35 ਟ੍ਰਿਕ ਵੀ ਯਾਦ ਰੱਖ ਸਕਦੇ ਹਾਂ ਵੀ ਇਹ ਦੋਨੇ ਜਿਹੜੇ ਰਾਸ਼ਟਰਪਤੀ ਸਾਡੇ ਇਹਨਾਂ ਦੀ ਡੈਥ ਆ ਜਿਹੜੀ ਉਹ ਕਾਰਜਕਾਲ ਦੇ ਦੌਰਾਨ ਹੋਈ ਆ। ਤਾਂ ਇਹਨਾਂ ਦਾ ਸਮਾਂ ਹੋ ਗਿਆ 1974 ਤੋਂ ਲੈ ਕੇ ਜੀ 1977 ਤੱਕ। ਸੋ ਇਹਨਾਂ ਨੂੰ ਮਾਈਂਡ 'ਚ ਰੱਖ ਲਓ ਬਸ। ਬਾਕੀਆਂ ਦਾ ਸਮਾਂ ਕੀ ਹੋਊਗਾ ਜੇ ਇਸ ਤੋਂ ਬਾਅਦ ਹੀ ਆਪਾਂ ਗੱਲ ਕਰਾਂਗੇ। ਤਾਂ ਕੰਟੀਨਿਊ ਯਾਦ ਰੱਖ ਕੇ ਤਾਂ 5 ਸਾਲ ਪਲੱਸ ਕਰੀ ਜਾਓਗੇ ਤਾਂ ਸਾਰਿਆਂ ਦਾ ਸਮਾਂ ਆਟੋਮੈਟਿਕਲੀ ਸਹੀ ਆ ਜਾਏਗਾ, ਠੀਕ ਆ। ਸਿਰਫ ਇਹਨਾਂ ਨੂੰ ਜ਼ਰੂਰ ਮਾਈਂਡ ਦੇ ਵਿੱਚ ਰੱਖਣਾ। 2 ਰਾਸ਼ਟਰਪਤੀਆਂ ਦਾ ਸਮਾਂ ਯਾਦ ਰੱਖਣਾ ਸਿਰਫ ਤੁਸੀਂ ਓਨਲੀ, ਠੀਕ ਹੈ। ਸੋ ਇਸ ਤਰੀਕੇ ਨਾਲ ਤੁਸੀਂ ਯਾਦ ਰੱਖਣਾ ਜੀ, ਠੀਕ ਹੈ। ਸੋ ਫਖਰੁਦੀਨ ਨੂੰ 5ਵੇਂ ਨੰਬਰ ਦਾ ਕਿਸ ਤਰ੍ਹਾਂ ਯਾਦ ਰੱਖਣਾ ਜੀ? ਦੇਖੋ ਆਪਾਂ ਇੱਧਰ ਟ੍ਰਿਕ ਬਣਾਵਾਂਗੇ ਫਖਰੁਦੀਨ ਕੱਲਾ ਸ਼ਬਦ। ਤਾਂ ਕਿੰਨੇ ਅੱਖਰਾਂ 'ਚ ਪਿਆ ਸਾਡੇ ਕੋਲ ਜੀ? 5 ਅੱਖਰਾਂ ਦੇ ਵਿੱਚ। ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖੋਗੇ। ਤੇ ਤ੍ਰੈਵੇਦ ਦੇ ਵਿਰੁੱਧ ਇਹਨਾਂ ਨੇ ਜਿਹੜੀ ਚੋਣ ਲੜੀ ਆ, ਤ੍ਰੈਵੇਦ ਚੌਧਰੀ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਆ। ਸੋ ਇਹ ਸੀ ਫਖਰੁਦੀਨ ਅਲੀ ਅਹਿਮਦ। ਤੇ ਦੋਵੇਂ ਜਿਹੜੇ ਮੁਸਲਿਮ ਰਾਸ਼ਟਰਪਤੀ ਨੇ ਆਪਾਂ ਗੱਲ ਕੀਤੀ ਸੀ ਕਿ ਜਿਨ੍ਹਾਂ ਦੀ ਕਾਰਜਕਾਲ ਦੌਰਾਨ ਡੈਥ ਹੋਈ ਆ। ਸੋ 35 ਟ੍ਰਿਕ ਯਾਦ ਰੱਖ ਲਓ। ਤੀਜੇ ਤੇ 5ਵੇਂ, ਤੀਸਰੇ ਸਾਡੇ ਕੋਲ ਆ ਗਏ ਜ਼ਾਕਿਰ ਹੁਸੈਨ, ਠੀਕ ਹੈ। ਤੇ 5ਵੇਂ ਆ ਕੇ ਫਖਰੁਦੀਨ ਅਲੀ ਅਹਿਮਦ, ਠੀਕ ਹੈ। ਸੋ ਅੱਗੇ ਦੇਖਦੇ ਹਾਂ ਨੈਕਸਟ ਸਾਡੇ ਕੋਲੇ 6 ਨੰਬਰ ਦੇ ਜਿਹੜੇ CM ਆਪਣਾ ਪ੍ਰੈਜ਼ੀਡੈਂਟ ਕਿਹੜੇ ਜੀ? ਜਿਹੜੇ ਅੱਗੇ ਆ ਗਏ ਸਾਡੇ ਕੋਲੇ ਜੀ ਨੈਕਸਟ 6ਵੇਂ ਨੰਬਰ ਦੇ ਜਿਹੜੇ ਸਾਡੇ ਕੋਲੇ ਪ੍ਰੈਜ਼ੀਡੈਂਟ ਨੇ ਜੀ 77 ਤੋਂ ਲੈ ਕੇ 82 ਤੱਕ। ਤੁਹਾਨੂੰ ਦੱਸਤਾ ਵੀ 5 ਸਾਲ ਐਡ ਕਰ ਦਿਓ ਉਹਦੇ ਵਿੱਚ, ਤਾਂ ਕਿੰਨਾ ਆ ਗਿਆ ਜੀ? 77 ਤੋਂ ਲੈ ਕੇ 82 ਤੱਕ ਜਿਹੜਾ ਟਾਈਮ ਪੀਰੀਅਡ ਆਏਗਾ। ਤੋ ਨੀਲਮ ਸੰਜੀਵਾ ਰੈਡੀ। ਨੀਲਮ ਸੰਜੀਵਾ ਰੈਡੀ ਨੂੰ ਕਿਸ ਤਰ੍ਹਾਂ ਯਾਦ ਰੱਖਣਾ ਜੀ? ਦੇਖੋ ਜੀ ਤੁਸੀਂ ਇਸ ਤਰੀਕੇ ਨਾਲ ਲਿਖਦੇ ਨੂੰ ਨੀਲਮ ਸੰਜੀਵਾ। ਸੋ ਇਸ ਤਰੀਕੇ ਨਾਲ ਯਾਦ ਰੱਖ ਲਓ। ਤੇ 3 ਤੇ 3 ਕਿੰਨੇ ਅੱਖਰ ਹੋ ਗਏ ਸਾਡੇ ਕੋਲੇ ਜੀ? 6 ਟੋਟਲ ਜਿਹੜੀ ਗਿਣਤੀ ਬਣਦੀ ਆ। ਤਾਂ 6ਵੇਂ ਰਾਸ਼ਟਰਪਤੀ ਹੋ ਗਏ। 3 ਤੇ 3 6। ਰੈਡੀ ਨੂੰ ਛੱਡ ਦਿਓ। ਨੀਲਮ ਸੰਜੀਵਾ ਦਾ ਆਪਾਂ ਟ੍ਰਿਕ ਯਾਦ ਰੱਖਾਂਗੇ। ਸੋ ਉਹੀ ਜਿਹੜੇ ਨੀਲਮ ਸੰਜੀਵਾ ਰੈਡੀ ਆ ਜਿਨ੍ਹਾਂ ਨੇ ਚੌਥੇ ਰਾਸ਼ਟਰਪਤੀ ਦੇ ਵਿਰੁੱਧ ਚੋਣ ਲੜੀ ਸੀ ਤੇ ਹਾਰ ਗਏ ਸੀ ਉੱਥੇ। ਇੱਕ ਇੱਥੇ ਜਿਹੜੇ ਇਹਨਾਂ ਬਾਰੇ ਪੁਆਇੰਟ ਆਉਂਦਾ ਹੁੰਦਾ ਤੁਹਾਨੂੰ ਜ਼ਿਆਦਾ ਪੇਪਰ ਦੇ ਵਿੱਚ, ਇਹ ਨਿਰਵਿਰੋਧ ਚੁਣੇ ਜਾਣ ਵਾਲੇ ਇੱਥੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ, ਯਾਨੀ ਕਿ ਸਰਬਸੰਮਤੀ ਨਾਲ ਚੁਣੇ ਗਏ ਨੇ। ਇਹ ਇੱਕਮਾਤਰ ਰਾਸ਼ਟਰਪਤੀ ਜਿਹੜੇ ਸਰਬਸੰਮਤੀ ਨਾਲ ਇੱਥੇ ਚੁਣੇ ਗਏ ਨੇ, ਨੀਲਮ ਸੰਜੀਵਾ ਰੈਡੀ। ਤਾਂ ਇੱਕ ਟ੍ਰਿਕ ਆਪਾਂ ਤੁਹਾਨੂੰ ਦੱਸਿਆ ਹੋਇਆ ਵੀ ਇਹਨਾਂ ਦੇ ਵਿਰੁੱਧ ਚੋਣ ਲੜਨ ਲਈ
कोई भी ਜਿਹੜਾ ਰੈਡੀ ਨਹੀਂ ਹੋਇਆ ਸੀ, ਕੋਈ ਵੀ ਤਿਆਰ ਨਹੀਂ ਹੋਇਆ ਸੀਗਾ। ਤੇ ਇੱਕ ਇਹਨਾਂ ਬਾਰੇ ਪਹਿਲਾਂ ਪੁਆਇੰਟ ਇਹ ਹੁੰਦਾ ਸੀ ਕਿ ਸਭ ਤੋਂ ਘੱਟ ਉਮਰ 'ਤੇ ਬਣਨ ਵਾਲੇ ਸਾਡੇ ਪ੍ਰੈਜ਼ੀਡੈਂਟ ਨੇ, ਬਟ ਹੁਣ ਦ੍ਰੋਪਦੀ ਮੁਰਮੂ ਤੁਸੀਂ ਯਾਦ ਰੱਖਣਾ ਕਿ ਉਹ ਸਭ ਤੋਂ ਘੱਟ ਉਮਰ ਵਿੱਚ ਬਣਨ ਵਾਲੇ ਸਾਡੇ ਰਾਸ਼ਟਰਪਤੀ ਨੇ, ਠੀਕ ਹੈ। ਸੋ ਇਹ ਆਪਾਂ ਇੱਥੇ ਪਹਿਲਾਂ ਵੀ ਕਰ ਚੁੱਕੇ ਹਾਂ ਜਦੋਂ ਆਪਾਂ ਪ੍ਰੈਜ਼ੀਡੈਂਟ ਟੌਪਿਕ ਕੀਤਾ ਸੀਗਾ। ਉਸ ਤੋਂ ਅੱਗੇ ਸਾਡੇ ਦੇਖਦੇ ਹਾਂ 7ਵੇਂ ਨੰਬਰ 'ਤੇ ਜਿਹੜੇ ਸਾਡੇ ਕੋਲ ਰਾਸ਼ਟਰਪਤੀ ਆ ਗਏ ਜੀ ਗਿਆਨੀ ਜੈਲ ਸਿੰਘ। ਸੋ ਜਿਹੜੇ ਗਿਆਨੀ ਜੈਲ ਸਿੰਘ ਨੇ ਇਹਨਾਂ ਦਾ ਸਮਾਂ ਜਿਹੜਾ 82 ਤੋਂ ਲੈ ਕੇ 87 ਤੱਕ ਆ। ਸੋ 5 ਸਾਲ ਐਡ ਕਰ ਦਿਓ, ਕਿੰਨਾ ਹੋ ਜਾਊਗਾ 82 ਤੋਂ ਲੈ ਕੇ 87 ਤੱਕ। ਸੋ ਇਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ 1972 ਤੋਂ ਲੈ ਕੇ 77 ਤੱਕ, ਜਿਹੜੀ ਆਪਾਂ ਗੱਲ ਕਰਦੇ ਹੁੰਦੇ ਹਾਂ 1972 ਤੋਂ ਲੈ ਕੇ 77 ਤੱਕ। ਸੋ ਇਹਦਾ ਟ੍ਰਿਕ ਕੀ ਹੈ ਜੀ, ਗਿਆਨੀ ਜੈਲ ਸਿੰਘ ਦੇਖੋ ਕਿੰਨੇ ਅੱਖਰਾਂ 'ਚ ਪੈ ਰਿਹਾ ਸਾਡੇ ਕੋਲੇ ਜੀ 7th, 7 ਅੱਖਰਾਂ ਦੇ ਵਿੱਚ ਲਿਖਿਆ ਜਾ ਰਿਹਾ, ਇਸ ਕਰਕੇ ਸਾਡੇ ਦੇਖਦੇ 7ਵੇਂ ਜਿਹੜੇ ਪ੍ਰੈਜ਼ੀਡੈਂਟ ਕਿਹੜਾ ਜੀ ਗਿਆਨੀ ਜੈਲ ਸਿੰਘ। ਉਸ ਤੋਂ ਅੱਗੇ HR ਖੰਨਾ ਦੇ ਵਿਰੁੱਧ ਇਹਨਾਂ ਨੇ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਆ। ਤੇ ਜਿਹੜਾ ਰੋਪੜ ਦਾ ਨਾਂ ਰੂਪਨਗਰ ਪਿਆ ਉਹ ਇਹਨਾਂ ਦੇ ਸਮੇਂ ਪਿਆ ਸੀ ਜਦੋਂ ਇਹ ਮੁੱਖ ਮੰਤਰੀ ਸੀਗੇ, ਠੀਕ ਹੈ। ਸੋ ਅੱਗੇ ਦੇਖਦੇ ਹਾਂ ਸਾਡੇ ਕੋਲੇ ਨੈਕਸਟ ਨੰਬਰ ਦੇ ਜਿਹੜੇ ਸਾਡੇ ਪ੍ਰੈਜ਼ੀਡੈਂਟ 8ਵੇਂ ਨੰਬਰ 'ਤੇ। ਉਸ ਤੋਂ ਅੱਗੇ ਦੇਖਦੇ ਹਾਂ ਜੀ 8ਵੇਂ ਨੰਬਰ 'ਤੇ ਪ੍ਰੈਜ਼ੀਡੈਂਟ ਸਾਡੇ ਕੋਲ ਆ ਗਿਆ 82 ਤੋਂ ਲੈ ਕੇ 87 ਤੱਕ, ਫਿਰ 5 ਸਾਲ ਐਡ ਹੋ ਗਏ ਤੋਂ 82 ਤੋਂ ਲੈ ਕੇ 87 ਤੱਕ, ਕਿਹੜਾ ਜੀ ਆਰ ਵੈਕਟਰਮਨ, ਆਰ ਵੈਕਟਰਮਨ। ਸੋ ਇਹਦਾ ਵੀ ਟ੍ਰਿਕ ਇਹੀ ਅੱਖਰਾਂ ਦੇ ਉੱਪਰ ਆ ਕੀ ਹੈ ਜੀ, ਕਿੰਨੇ ਅੱਖਰਾਂ 'ਚ ਪੈ ਰਿਹਾ ਜੀ 8 ਅੱਖਰਾਂ ਦੇ ਵਿੱਚ, ਦੇਖ ਲਓ ਜੀ 8 ਅੱਖਰਾਂ 'ਚ ਪੈ ਰਿਹਾ ਤਾਂ 8ਵੇਂ ਸਾਡੇ ਕੋਲੇ ਕੀ ਨੇ ਰਾਸ਼ਟਰਪਤੀ ਨੇ। ਸੋ ਇਹਨਾਂ ਨੇ ਜਿਹੜੀ ਚੋਣ ਲੜੀ ਸੀ ਉਹ ਕਿਹਦੇ ਵਿਰੁੱਧ ਲੜੀ ਸੀ, ਜਿਹੜੇ ਵੀ ਕ੍ਰਿਸ਼ਨ ਆਇਰ, ਠੀਕ ਆ, ਦੇ ਵਿਰੁੱਧ ਚੋਣ ਲੜੀ ਸੀ। ਤਾਂ 8ਵੇਂ ਨੰਬਰ ਦੇ ਰਾਸ਼ਟਰਪਤੀ ਸਾਡੇ ਕੋਲੇ ਆ ਗਏ ਆਰ ਵੈਕਟਰਮਨ, ਜਿਹੜੇ ਕਿ ਸਭ ਤੋਂ ਵੱਡੀ ਉਮਰ 'ਚ ਬਣਨ ਵਾਲੇ ਰਾਸ਼ਟਰਪਤੀ ਆਪਾਂ ਪੜ੍ਹ ਚੁੱਕੇ ਇਹਨਾਂ ਬਾਰੇ, ਸਭ ਤੋਂ ਵੱਡੀ ਉਮਰ 'ਚ ਬਣਨ ਵਾਲੇ ਆ। ਇੱਕ ਇਹਨਾਂ ਬਾਰੇ ਆਪਾਂ ਪੜ੍ਹਿਆ ਸੀਗਾ ਜਿਹੜੀ 61ਵੀਂ ਸੰਵਿਧਾਨਕ ਸੋਧ ਹੋਈ ਸੀ, ਠੀਕ ਹੈ 1999 ਦੇ ਵਿੱਚ, ਬਾਲਗ ਵੋਟ ਜਿਹੜੀ ਏਜ ਆ ਉਹ 21 ਤੋਂ ਘਟਾ ਕੇ 18 ਸਾਲ ਕੀਤੀ ਆ, ਉਹ ਇਹਨਾਂ ਦੇ ਟਾਈਮ ਦੇ ਵਿੱਚ ਕੀਤੀ ਗਈ ਸੀ। ਅੱਗੇ ਦੇਖਦੇ ਹਾਂ ਨੈਕਸਟ ਸਾਡੇ ਕੋਲੇ ਆ ਗਏ ਅਗਲੇ ਜਿਹੜੇ ਸ਼ੰਕਰ ਦਿਆਲ ਸ਼ਰਮਾ, 5 ਸਾਲ ਹੋਰ ਐਡ ਕਰ ਦਿਓ ਤਾਂ ਕਿੰਨਾ ਹੋ ਜਾਏਗਾ 92 ਤੋਂ ਲੈ ਕੇ 97 ਤੱਕ। ਸੋ ਡਾਕਟਰ ਜਿਹੜੇ ਸ਼ੰਕਰ ਦਿਆਲ ਸ਼ਰਮਾ ਸੀਗੇ ਇਹ ਸਾਡੇ 9ਵੇਂ ਰਾਸ਼ਟਰਪਤੀ ਹੋਏ ਨੇ ਦੇਸ਼ ਦੇ, ਕਿੰਨੇ ਹੋਏ ਨੇ ਜੀ 9ਵੇਂ। ਤਾਂ ਇੱਥੇ ਟ੍ਰਿਕ ਆ ਜੀ 3, 6 ਤੇ 9, ਤਾਂ ਕਿੰਨੇ ਅੱਖਰ ਹੋ ਗਏ ਸਾਡੇ ਕੋਲੇ 9 ਅੱਖਰ ਬਣ ਗਏ। ਇਹਦੇ ਵਿੱਚ ਤਾਂ 9ਵੇਂ ਰਾਸ਼ਟਰਪਤੀ ਕਿਹੜੇ ਡਾਕਟਰ ਆਪਣਾ ਸ਼ੰਕਰ ਦਿਆਲ ਸ਼ਰਮਾ। ਸੋ ਜਾਰਜ ਸਵੇਲ ਦੇ ਵਿਰੁੱਧ ਨੇ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਆ, ਠੀਕ ਹੈ। ਸੋ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਲੜੀਵਾਰ ਯਾਦ ਰੱਖ ਸਕਦੇ ਹੋ ਸੀਕੁਐਂਸ ਵਾਈਜ਼। ਉਸ ਤੋਂ ਅੱਗੇ ਦੇਖਦੇ ਹਾਂ ਸਾਡੇ ਕੋਲੇ 10ਵੇਂ ਨੰਬਰ 'ਤੇ ਰਾਸ਼ਟਰਪਤੀ ਕਿਹੜੇ ਹੈਗੇ ਜੀ, ਠੀਕ ਹੈ। 10ਵੇਂ ਨੰਬਰ 'ਤੇ ਸਾਡੇ ਕੋਲੇ KR ਨਾਰਾਇਣ ਆ ਗਏ, ਜਿਹੜੇ ਕਿ 1997 ਤੋਂ ਲੈ ਕੇ 2002 ਤੱਕ ਰਹਿਣਗੇ, 1997 ਤੋਂ ਲੈ ਕੇ 2002 ਤੱਕ। ਸੋ KR ਨਾਰਾਇਣ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ ਦਲਿਤ ਰਾਸ਼ਟਰਪਤੀ ਆ SC, ਠੀਕ ਹੈ। ਸੋ ਉਹ ਸੀ KR ਨਾਰਾਇਣ। ਹੁਣ ਜਿਹੜੇ ST ਬਣੇ ਨੇ ਦ੍ਰੋਪਦੀ ਮੁਰਮੂ ਜਿਹੜੇ ਬਣੇ ਨੇ ਆਪਣੇ 15ਵੇਂ ਨੰਬਰ ਦੇ ਰਾਸ਼ਟਰਪਤੀ। ਸੋ ਜਿਹੜੇ KR ਨਾਰਾਇਣ ਆ ਇਹਨੂੰ ਕਿਸ ਤਰ੍ਹਾਂ ਯਾਦ ਰੱਖਣਾ, ਬੇਸ਼ੱਕ ਇੱਥੇ ਅੱਖਰ ਆ ਜਿਹੜੇ 11 ਵਾਰ ਰਹੇ ਨੇ, ਠੀਕ ਹੈ। ਤੁਸੀਂ ਕਿਵੇਂ ਯਾਦ ਰੱਖੋਗੇ, ਇੱਕ ਰਿਗਵੇਦ ਦਾ 10ਵਾਂ ਮੰਡਲ ਹੈਗਾ, ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ ਆਪਾਂ ਨੂੰ ਪਤਾ ਕਿ ਜਿਹੜਾ ਜਾਤੀ ਸ਼ਬਦ ਜਿਹੜਾ ਦੀ ਗੱਲ ਕੀਤੀ ਗਈ ਆ, ਠੀਕ ਹੈ। ਸੋ 10ਵੇਂ ਮੰਡਲ ਦੇ ਵਿੱਚ ਕਾਸਟ ਸ਼ਬਦ ਦੀ ਗੱਲ ਕੀਤੀ ਗਈ ਆ, ਤਾਂ ਉਸ ਨੂੰ ਉਸ ਨਾਲ ਮੈਚ ਕਰ ਸਕਦੇ ਹੋ ਕਿ KR ਨਾਰਾਇਣ। ਇੱਥੇ ਟ੍ਰਿਕ ਯਾਦ ਰੱਖਦੇ ਹੋ ਕੀੜੀ ਦੇ ਘਰ ਨਾਰਾਇਣ ਆਇਆ, ਆਪਾਂ ਇਸ ਤਰੀਕੇ ਨਾਲ ਯਾਦ ਕੀਤਾ ਸੀਗਾ ਕਿ ਪਹਿਲੇ ਜਿਹੜੇ ਸਾਡੇ SC ਜਿਹੜੇ ਦਲਿਤ ਰਾਸ਼ਟਰਪਤੀ ਆ ਉਹ ਕਿਹੜੇ ਜੀ KR ਨਾਰਾਇਣ। ਸੋ ਰਿਗਵੇਦ ਦਾ 10ਵਾਂ ਮੰਡਲ ਦੇ ਅਕੋਰਡਿੰਗ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਤਾਂ 10ਵੇਂ ਨੰਬਰ 'ਤੇ ਕੀ ਹੋ ਗਏ ਸਾਡੇ ਕੋਲੇ ਰਾਸ਼ਟਰਪਤੀ ਹੋ ਗਏ। ਸੋ TN ਸੈਸ਼ਨ ਦੇ ਵਿਰੁੱਧ ਇਹਨਾਂ ਨੇ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ। ਉਸ ਤੋਂ ਅੱਗੇ ਜਿਹੜੀ ਫੇਮਸ ਹਸਤੀ ਸਾਡੇ ਕੋਲੇ ਆਏਗੀ ਅਬਦੁਲ ਕਲਾਮ, ਡਾਕਟਰ APJ ਅਬਦੁਲ ਕਲਾਮ। ਦੇਖੋ ਜਿਹੜੇ ਅਬਦੁਲ ਕਲਾਮ ਸੀਗੇ ਇਹਨਾਂ ਦਾ ਸਮਾਂ ਜਿਹੜਾ ਟਾਈਮ ਪੀਰੀਅਡ 2002 ਤੋਂ ਲੈ ਕੇ 2007 ਤੱਕ ਦਾ ਰਿਹਾ ਜੀ, 2002 ਤੋਂ ਲੈ ਕੇ 2007 ਤੱਕ। ਸੋ ਇਹਨਾਂ ਨੂੰ ਕਿਸ ਤਰੀਕੇ ਨਾਲ ਯਾਦ ਰੱਖਣਾ, ਆਪਾਂ ਦੇਖ ਲਓ ਡਾਕਟਰ APJ ਅਬਦੁਲ ਕਲਾਮ ਕਿੰਨੇ ਅੱਖਰਾਂ 'ਚ ਲਿਖਿਆ ਗਿਆ, ਇੱਥੇ 11 ਅੱਖਰਾਂ ਦੇ ਵਿੱਚ ਲਿਖਿਆ ਗਿਆ। ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ, ਠੀਕ ਹੈ। 11 ਅੱਖਰਾਂ ਦੇ ਵਿੱਚ ਲਿਖਿਆ ਜਾਣ ਕਰਕੇ ਤਾਂ 11ਵੇਂ ਸਾਡੇ ਦੇਸ਼ ਦੇ ਰਾਸ਼ਟਰਪਤੀ ਬਣ ਰਹੇ ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਯਾਦ ਰੱਖੋਗੇ। ਉਸ ਤੋਂ ਅੱਗੇ ਇਹਨਾਂ ਨੇ ਚੋਣ ਲੜੀ ਸੀ ਲక్ష్ਮੀ ਸਹਿਗਲ ਦੇ ਵਿਰੁੱਧ, ਲక్ష్ਮੀ ਸਹਿਗਲ ਨੂੰ ਹਰਾਇਆ ਸੀ ਇਹਨਾਂ ਨੇ, ਜਿਹੜੀ ਕਿ ਵੂਮੈਨ ਸੀਗੀ, ਠੀਕ ਆ। ਤੇ ਉਹਨਾਂ ਦੇ ਵਿਰੁੱਧ ਚੋਣ ਲੜੀ ਸੀ ਤਾਂ ਜਿੱਤ ਪ੍ਰਾਪਤ ਕੀਤੀ ਸੀ, ਕਿ ਕਾਫੀ ਫੇਮਸ ਸ਼ਖਸੀਅਤ ਮੰਨੇ ਜਾਂਦੇ ਨੇ, ਠੀਕ ਹੈ। ਸੋ ਕਾਫੀ ਜਿਹੜੇ ਇਹਨਾਂ ਨੇ ਬਿੱਲਾਂ ਨੂੰ ਪੁਨਰ ਵਿਚਾਰ ਲਈ ਵਾਪਸ ਭੇਜਿਆ ਸੀਗਾ ਤੇ ਕਾਫੀ ਵਧੀਆ ਥਾਟ ਰਹੇ ਨੇ। ਤੋ ਜਿਹੜੇ ਇੱਕ ਸੀ ਡਾਕਟਰ APJ ਅਬਦੁਲ ਕਲਾਮ, ਮਿਜ਼ਾਈਲ ਮੈਨ ਕਿਹਾ ਜਾਂਦਾ ਇਹਨਾਂ ਨੂੰ, ਠੀਕ ਆ। ਤੇ ਜਨਤਾ ਦੇ ਰਾਸ਼ਟਰਪਤੀ ਦੇ ਨਾਂ ਨਾਲ ਜਾਣਿਆ ਜਾਂਦਾ ਜੀ। ਅੱਗੇ ਸਾਡੇ ਕੋਲੇ ਨੈਕਸਟ ਨੰਬਰ 'ਤੇ ਆਪਾਂ ਦੇਖਦੇ ਹਾਂ ਜੀ ਪ੍ਰਣਬ ਮੁਖਰਜੀ। ਪ੍ਰਣਬ ਮੁਖਰਜੀ ਸਾਡੇ ਕੋਲੇ 13ਵੇਂ ਨੰਬਰ 'ਤੇ ਰਾਸ਼ਟਰਪਤੀ ਆ ਗਏ ਨੇ। ਸੋ ਇਹ ਤੁਹਾਡੇ ਵੈਸੇ ਹੀ ਜ਼ਿਆਦਾ 12 ਤੋਂ ਲੈ ਕੇ 17 ਤੱਕ, ਕਿਉਂਕਿ ਜਿਹੜੇ ਪਿਛਲੀ ਰਾਸ਼ਟਰਪਤੀ ਤੋਂ ਪਹਿਲਾਂ ਰਹੇ ਨੇ, ਠੀਕ ਹੈ। ਤੇ ਪ੍ਰਣਬ ਮੁਖਰਜੀ 13ਵੇਂ ਨੰਬਰ 'ਤੇ ਵੈਸੇ ਯਾਦ ਰੱਖ ਸਕਦੇ ਹੋ। ਤੇ PA ਸੰਗਮਾ ਦੇ ਵਿਰੁੱਧ ਇਹਨਾਂ ਨੇ
ਚੋਣ ਲੜੀ ਸੀ ਪੀਏ ਸੰਗਵਾਂ ਦੇ ਵਿਰੁੱਧ ਤੇ ਜਿੱਤ ਪ੍ਰਾਪਤ ਕੀਤੀ ਆ। ਪ੍ਰਣਬ ਮੁਖਰਜੀ ਜਿਨ੍ਹਾਂ ਨੂੰ 2019 ਦੇ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ, ਠੀਕ ਹੈ। ਤੇ 2008 ਦੇ ਵਿੱਚ ਇਹਨਾਂ ਨੂੰ ਪਦਮ ਵਿਭੂਸ਼ਣ ਜਿਹੜਾ ਉਹ ਮਿਲਿਆ ਹੋਇਆ ਜੀ। ਅੱਗੇ ਦੇਖਦੇ ਹਾਂ ਸਾਡੇ ਕੋਲ 14ਵੇਂ ਨੰਬਰ ਦੇ ਰਾਸ਼ਟਰਪਤੀ ਜਿਹੜੇ ਹੈਗੇ ਨੇ ਰਾਮਨਾਥ ਕੋਵਿੰਦ ਜੀ, ਠੀਕ ਹੈ। 14ਵੇਂ ਨੰਬਰ ਆਪਣਾ 12ਵੇਂ ਨੰਬਰ ਦੇ ਵਿੱਚ ਆਪਣੇ ਕੋਲੇ ਪ੍ਰਤਿਭਾ ਦੇਵੀ ਪਾਟਲ ਰਹਿ ਗਏ ਸੀ ਇੱਕ, ਠੀਕ ਹੈ। 12ਵੇਂ ਨੰਬਰ ਦੇ ਸਾਡੇ ਕੋਲੇ ਪ੍ਰਤਿਭਾ ਦੇਵੀ ਪਾਟਲ, ਠੀਕ ਹੈ। ਤਾਂ ਇਸ ਨੂੰ ਕਿਸ ਤਰੀਕੇ ਨਾਲ ਯਾਦ ਰੱਖੋਗੇ, ਜਿਹੜੇ ਪ੍ਰਤਿਭਾ ਦੇਵੀ ਸਿੰਘ ਪਾਟਲ ਆ ਇਹ ਸਾਡੇ ਕੋਲੇ 12ਵੇਂ ਨੰਬਰ ਦੇ ਰਾਸ਼ਟਰਪਤੀ ਹੈ ਜੀ, ਠੀਕ ਹੈ। ਤੁਸੀਂ ਕਿਸ ਤਰ੍ਹਾਂ ਯਾਦ ਰੱਖਣਾ, ਪ੍ਰਤਿਭਾ ਇਹਦਾ ਨਾਮ ਕੀ ਹੈ, ਪ੍ਰਤਿਭਾ ਦੇਵੀ ਸਿੰਘ ਪਾਟਲ ਪਾਇਆ ਜਾਂਦਾ ਵੈਸੇ, ਠੀਕ ਹੈ। ਪ੍ਰਤਿਭਾ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਲ, ਆਪਾਂ ਇਸ ਨੂੰ ਇਸ ਤਰੀਕੇ ਨਾਲ ਯਾਦ ਰੱਖਾਂਗੇ, ਪ੍ਰਤਿਭਾ ਦੇਵੀ ਸਿੰਘ ਪਾਟਲ, ਠੀਕ ਹੈ। ਇਸ ਤਰ੍ਹਾਂ ਲਿਖਿਆ ਜਾਂਦਾ ਇਹਨਾਂ ਦਾ ਨਾਮ, ਪ੍ਰਤਿਭਾ ਦੇਵੀ ਸਿੰਘ ਪਾਟਲ। ਸੋ ਇਹ ਜਿਹੜੇ ਸਾਡੇ ਕੋਲੇ 10 ਅੱਖਰ ਬਣ ਰਹੇ ਨੇ, ਕਿੰਨੇ ਅੱਖਰ ਬਣ ਰਹੇ ਸਾਡੇ ਕੋਲੇ 10 ਅੱਖਰ। ਸੋ 10 ਦੇ ਵਿੱਚ ਆਪਾਂ ਇੱਕ ਸ਼ਬਦ ਹੋਰ ਜੋੜ ਦਾਂਗੇ ਕੌਰ, ਕੌਰ, ਠੀਕ ਹੈ। ਜਦੋਂ ਆਪਾਂ ਕੌਰ ਜੋੜ ਦਾਂਗੇ ਤਾਂ ਕਿੰਨੇ ਅੱਖਰ ਬਣ ਜਾਣਗੇ ਸਾਡੇ ਕੋਲੇ ਜੀ 12 ਅੱਖਰ। ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖਦੇ ਹੋ, ਕਿਉਂਕਿ ਅਬਦੁਲ ਕਲਾਮ ਤੋਂ ਬਾਅਦ ਪ੍ਰਤਿਭਾ ਦੇਵੀ ਸਿੰਘ ਪਾਟਲ ਜਿਹੜੇ ਉਹ ਬਣੇ ਸੀਗੇ, ਠੀਕ ਹੈ। 13ਵੇਂ ਆਪਾਂ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਤੇ 12ਵੇਂ ਜਿਹੜੇ ਪ੍ਰਤਿਭਾ ਦੇਵੀ ਸਿੰਘ ਪਾਟਲ ਤੇ ਪ੍ਰਤਿਭਾ ਦੇਵੀ ਸਿੰਘ ਪਾਟਲ ਨਾਮ ਇਹਨਾਂ ਦਾ। ਜੇ ਆਪਾਂ ਇਹਦੇ ਵਿੱਚ ਕੌਰ ਸ਼ਬਦ ਐਡ ਕਰ ਦਾਂਗੇ ਟ੍ਰਿਕ ਦੇ ਵਿੱਚ, ਕੀ ਕਰ ਦਾਂਗੇ ਕੌਰ, ਤਾਂ 12 ਅੱਖਰ ਬਣ ਜਾਣਗੇ। ਇਹਨਾਂ ਨੇ ਜਿਹੜਾ ਸੇਖਾਵਤ ਦੇ ਵਿਰੁੱਧ ਜਿਹੜੀ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਆ। ਪਹਿਲੀ ਇਸਤਰੀ ਸੀ ਜਿਹੜੀ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ, ਠੀਕ ਆ। ਭੈਰੋ ਸਿੰਘ ਸੇਖਾਵਤ ਸੀ, ਉਹਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਆ। ਉਸ ਤੋਂ ਬਾਅਦ ਹੁਣ ਜਿਹੜੇ ਦ੍ਰੌਪਦੀ ਮੁਰਮੂ ਆ ਜਿਹੜੇ ਦੂਸਰੇ ਨੰਬਰ ਤੇ ਨੇ, ਜਿਨ੍ਹਾਂ ਨੇ ਜਸਵੰਤ ਸਿੰਘ ਸਿਨਹਾ ਦੇ ਵਿਰੁੱਧ, ਠੀਕ ਆ, ਚੋਣ ਜਿਹੜੀ ਲੜੀ ਸੀ ਜਸਵੰਤ ਸਿਨਹਾ ਤੋਂ ਜਿੱਤ ਪ੍ਰਾਪਤ ਕੀਤੀ ਆ, ਠੀਕ ਹੈ। ਸੋ ਪ੍ਰਣਬ ਮੁਖਰਜੀ ਆਪਾਂ ਕਰ ਹੀ ਚੁੱਕੇ ਹਾਂ ਪਹਿਲਾਂ ਸਲਾਈਡ ਦੇ ਵਿੱਚ, ਠੀਕ ਹੈ। ਅੱਗੇ ਲੰਘੇ ਥੋੜ੍ਹਾ ਜਿਹਾ, ਅਗਲੇ ਦੇਖਦੇ ਹਾਂ 14ਵੇਂ ਨੰਬਰ ਤੇ ਜਿਹੜੇ ਸਾਡੇ ਕੋਲ ਹੈਗੇ ਰਾਮਨਾਥ ਕੋਵਿੰਦ। ਸੋ ਰਾਮਨਾਥ ਕੋਵਿੰਦ ਜਿਹੜਾ ਹੈਗੇ ਸੀ 2017 ਤੋਂ ਲੈ ਕੇ 2022 ਤੱਕ ਸਾਡੇ 14ਵੇਂ ਨੰਬਰ ਦੇ ਰਾਸ਼ਟਰਪਤੀ ਹੋ ਗਏ ਜੀ। ਸੋ ਇਹ ਇੱਕ ਯਾਦ ਰੱਖਣਾ, ਸੈਕੰਡ ਦੇ ਜਿਹੜੇ ਦਲਿਤ ਪਰਸਨ ਨੇ, ਪਹਿਲੇ ਆਪਾਂ ਪੜ੍ਹ ਚੁੱਕੇ ਉਧਰ KR ਨਾਰਾਇਣ ਸੀਗੇ, ਸੈਕੰਡ ਜਿਹੜੇ ਹੈਗੇ ਆ ਰਾਮਨਾਥ ਕੋਵਿੰਦ, ਠੀਕ ਹੈ। ਸੋ ਇਹਨਾਂ ਨੇ ਜਿਹੜੀ ਚੋਣ ਲੜੀ ਸੀ ਉਹ ਮੀਰਾ ਕੁਮਾਰ ਦੇ ਵਿਰੁੱਧ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਹੈ ਜੀ, ਠੀਕ ਹੈ। ਰਾਮਨਾਥ ਕੋਵਿੰਦ ਤੇ ਭਾਰਤ ਵਿੱਚ ਜਨਮੇ, ਠੀਕ ਹੈ, ਆਜ਼ਾਦ ਭਾਰਤ ਵਿੱਚ ਜਨਮੇ ਪਹਿਲੇ ਰਾਸ਼ਟਰਪਤੀ ਵੀ ਤੁਸੀਂ ਇਹਨਾਂ ਬਾਰੇ ਯਾਦ ਰੱਖ ਸਕਦੇ ਹੋ। ਅਗਲਾ ਸਾਡੇ ਕੋਲ ਆ ਗਿਆ ਜੀ 15ਵੇਂ ਨੰਬਰ ਦੇ ਸਾਡੇ ਕੋਲ ਪ੍ਰੈਜ਼ੀਡੈਂਟ ਨੇ, ਠੀਕ ਹੈ। ਸੋ ਉਹ ਕਿਹੜੇ ਨੇ ਜੀ, ਦ੍ਰੌਪਦੀ ਮੁਰਮੂ। 2022 ਤੋਂ ਲੈ ਕੇ ਹੁਣ ਤੱਕ ਦ੍ਰੌਪਦੀ ਮੁਰਮੂ ਜਿਹੜੇ ਹੁਣੇ ਇਲੈਕਟ ਕੀਤੇ ਗਏ ਨੇ ਤੇ ਅਗਸਤ ਦੇ ਵਿੱਚ, ਤੇ ਜਿਹੜੀ ਚੋਣ ਲੜੀ ਸੀ ਜਸਵੰਤ ਸਿਨਹਾ ਦੇ ਵਿਰੁੱਧ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਆ। ਸੋ ਇਹ ਸੀ ਆਪਣੇ ਜਿਹੜੇ 15 ਨੰਬਰ, ਆਪਣੇ ਜਿਹੜੇ 15 ਪ੍ਰੈਜ਼ੀਡੈਂਟ। ਤੁਹਾਨੂੰ ਇੱਥੇ ਕੁਐਸਚਨ ਕਿਸ ਤਰ੍ਹਾਂ ਤਰੀਕੇ ਨਾਲ ਪੁੱਟ ਕੀਤੇ ਜਾਂਦੇ ਆ, ਆਮ ਤੌਰ ਤੇ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉੱਥੇ ਜਿਹੜਾ ਪਹਿਲਾ ਤੇ ਦੂਜਾ ਰਾਸ਼ਟਰਪਤੀ ਪੁੱਟ ਕੀਤਾ ਜਾ ਸਕਦਾ ਤੇ ਲਾਸਟ 2 ਪੁੱਟ ਕੀਤੇ ਜਾ ਸਕਦੇ ਆ। ਬਟ ਜਿਹਦੇ ਜ਼ਿਆਦਾ ਲੈਵਲ ਹੁੰਦਾ ਪੇਪਰਾਂ ਦਾ, ਉਹਨਾਂ ਦੇ ਵਿੱਚ ਇਹਨਾਂ ਦੀ ਸੀਕੁਐਂਸ ਸੈੱਟ ਕਰਨ ਲਈ ਕਿਹਾ ਜਾ ਸਕਦਾ, ਜਾਂ ਫਿਰ ਕੀ ਪੁੱਟ ਕੀਤਾ ਜਾਂਦਾ, ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਪੁੱਟ ਕੀਤਾ ਜਾਂਦਾ ਵੀ ਕਿਹੜਾ ਰਾਸ਼ਟਰਪਤੀ ਕਦੋਂ ਤੋਂ ਕਦੋਂ ਤੱਕ ਰਿਹਾ। ਸੋ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਟ੍ਰਿਕ ਦੱਸੀ ਆ ਛੋਟੀ ਜੀ, ਜਿਹੜੀ ਤੁਸੀਂ ਯਾਦ ਰੱਖਣੀ ਆ। ਇੱਕ ਤਾਂ ਜ਼ਾਕਿਰ ਹੁਸੈਨ ਦਾ ਸਮਾਂ ਯਾਦ ਰੱਖਣਾ ਤੁਸੀਂ, ਠੀਕ ਹੈ, ਜਿਹੜਾ 67 ਤੋਂ 69 ਤੱਕ। ਇੱਕ ਜਿਹੜਾ ਫਖਰੁਦੀਨ ਅਲੀ ਅਹਿਮਦ ਦਾ ਸਮਾਂ ਯਾਦ ਰੱਖਣਾ ਤੁਸੀਂ 74 ਤੋਂ 77 ਤੱਕ। ਸੋ ਇਹਨਾਂ ਦੋਨਾਂ ਦਾ ਸਮਾਂ ਯਾਦ ਰੱਖ ਲਓ। ਬਾਕੀਆਂ ਦੇ ਵਿੱਚ ਕੀ ਕਰਨਾ ਤੁਸੀਂ 5-5 ਸਾਲ ਐਡ ਕਰੀ ਜਾਣੇ ਆ। ਪਰ ਇੱਕ ਗੱਲ ਧਿਆਨ ਦੇਣ ਯੋਗ ਹੈ ਇੱਥੇ, ਜਿਹੜਾ ਸਾਡਾ ਦੇਸ਼ ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਸੀਗਾ ਰਜਿੰਦਰ ਪ੍ਰਸਾਦ, ਉਹਨਾਂ ਦਾ ਟਾਈਮ ਪੀਰੀਅਡ 2 ਵਾਰੀ ਨੋਟ ਕਰਨਾ, ਉੱਥੇ ਗਲਤੀ ਨਹੀਂ ਕਰਨੀ। ਸੋ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਸਾਰਾ ਟਾਈਮ ਪੀਰੀਅਡ ਸੈੱਟ ਆਏਗਾ। ਤੇ ਜਿਹੜੀ ਟ੍ਰਿਕ ਆਪਾਂ ਕੀਤੀ ਆ ਅੱਖਰਾਂ ਦੇ ਅਕੋਰਡਿੰਗ ਕੀਤੀ ਆ ਪ੍ਰੈਜ਼ੀਡੈਂਟ ਦੀ, ਉਹ ਵੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਬੜੇ ਸੌਖੇ ਤਰੀਕੇ ਨਾਲ ਇਸ ਟੌਪਿਕ ਨੂੰ ਕਵਰ ਕਰ ਸਕਦੇ ਹੋ। ਸੋ ਆਈ ਹੋਪ ਤੁਹਾਨੂੰ ਇਹ ਜਿਹੜੀ ਵੀਡੀਓ ਆਈ ਹੋਪ ਜਿਹੜੀ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਸੋ ਮਿਲਦੇ ਹਾਂ ਇੱਕ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।